ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਹਿੰਦੂਤਵਾ ਦਾ ਦਮਨ ਚੱਕਰ ਪੂਰੀ ਤਰ੍ਹਾਂ ਘੁੰਮ ਰਿਹਾ ਹੈ। ਬਿਹਾਰ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਯੂਪੀ ਵਿਚਲੀਆਂ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਨੇ ਆਪਣੀ ਗਊ ਮਾਸ ਰਾਜਨੀਤੀ ਦਾ ਘੋੜਾ ਤੇਜ਼ੀ ਨਾਲ ਦੌੜਾਉਣਾ ਸ਼ੁਰੂ ਕੀਤਾ ਹੋਇਆ ਹੈ। ਇੱਕ ਪਾਸੇ ਬੀਜੇਪੀ ਵੱਲੋਂ ਬੀਫ ਸਿਆਸਤ ਨਾਲ ਵੋਟਸ ਫਟੋਰੀਆਂ ਜਾ ਰਹੀਆਂ ਹਨ, ਜਦੋਂ ਕਿ ਮੁਸਲਮਾਨ ਲਾਸ਼ਾਂ ਗਿਣ ਰਹੇ ਹਨ। ਪਿਛਲੇ ਦਿਨੀ ਯੂਪੀ ਦੇ ਦਾਦਰੀ ਇਲਾਕੇ ਨਾਲ ਲੱਗਦੇ ਪਿੰਡ ਵਿੱਚ ਮੁਹੰਮਦ ਅਖਲਾਕ ਨਾਮ ਦੇ ਇੱਕ ਮੁਸਲਮਾਨ ਨੂੰ ਹਿੰਦੂ ਭੀੜ ਨੇ ਗਊ ਮਾਸ ਖਾਣ ਦੇ ਦੋਸ਼ ਵਿੱਚ ਕੋ ਕੇ ਮਾਰਿਆ ਅਤੇ ਉਸਦੇ ਜਵਾਨ ਪੁੱਤਰ ਨੂੰ ਗੰਭੀਰ ਜ਼ਖਮੀ ਕੀਤਾ। ਵਿਊਅਰਸ, ਇਹ ਖਬਰ ਅੰਤਰਰਾਸ਼ਟਰੀ ਤੌਰ ਤੇ ਚਰਚਾ ਦਾ ਵਿਸ਼ਾ ਬਣੀ। ਇਸ ਸੰਬੰਧੀ ਇੰਟਰਨੈਸ਼ਨਲ ਪੋਲਿਟਿਕਸ ਦੇ ਮਾਹਿਰ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨੇ ਵੀ CNN ਆਈ ਰਿਪੋਰਟ ਦੇ ਵਿੱਚ ਆਪਣਾ ਆਰਟੀਕਲ ਪ੍ਰਕਾਸ਼ਿਤ ਕੀਤਾ। ਸੋ ਵਿਊਅਰਸ, ਅੱਜ ਅਸੀਂ ਇਸ ਬੀਫ ਪੋਲਿਟਿਕਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਾਂਗੇ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨਾਲ, ਜਿਹੜੇ ਕਿ ਇੰਗਲੈਂਡ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਤੁਹਾਡੀ ਰਿਪੋਰਟ ਜਾਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਹੜੀ ਇਹ ਘਟਨਾ ਵਾਪਰੀ ਹੈ ਇੰਡੀਆ ਦੇ ਵਿੱਚ, ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਅਜਿਹੀ ਘਟਨਾ ਹੈ ਕਿ ਜਿਹੜੀ ਬਹੁਤ ਹੀ ਸ਼ਰਮਨਾਕ ਘਟਨਾ ਹੈ। ਹਾਂਜੀ। ਪਰ ਹਰ ਸ਼ਾਇਦ ਦੇ ਪੋਜ਼ਿਟਿਵ ਨੈਗੇਟਿਵ ਐਸਪੈਕਟ ਹੁੰਦੇ ਨੇ। ਘੱਟ ਤੋਂ ਘੱਟ ਹਿੰਦੂ ਤਵੀਆਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਭਾਰਤ ਦੇ ਵਿੱਚ, ਉਹਦੇ ਨਾਲ ਜਿਹੜੀ ਦੁਨੀਆ ਦੇ ਸਾਹਮਣੇ ਇਹਦਾ ਸੋ ਕਾਲਡ ਸੈਕੂਲਰਿਜ਼ਮ ਸੀ, ਜਿਹਦੇ ਹੇਠ ਉੱਥੇ ਸ਼ੁਰੂ ਤੋਂ ਹੀ ਘੱਟ ਗਿਣਤੀਆਂ ਦਾ ਘਾਣ ਹੁੰਦਾ ਆਇਆ ਹੈ, ਪਰ ਇੱਕ ਘੁੰਡ ਜਿਹਾ ਉੜਿਆ ਹੋਇਆ ਇੰਡੀਅਨ ਜਿਹੜੇ ਲਾਰਜੈਸਟ ਡੈਮੋਕ੍ਰੇਸੀ ਹੈ ਸੋ ਕਾਲਡ, ਉਹਨੇ ਸੈਕੂਲਰਿਜ਼ਮ ਦਾ। ਪਰ ਜਦੋਂ ਇਸ ਤਰ੍ਹਾਂ ਦੇ ਵਾਕਿਆ ਹੁੰਦੇ ਨੇ, ਘੱਟ ਤੋਂ ਘੱਟ ਦੁਨੀਆ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸੈਕੂਲਰਿਜ਼ਮ ਹੈ ਜਾਂ ਨਹੀਂ ਹੈ। ਔਰ ਜਿਹੜੇ ਕ੍ਰਾਈਮ ਅੱਜ ਤੱਕ ਹੋਏ ਨੇ ਘੱਟ ਗਿਣਤੀਆਂ ਦੇ ਨਾਲ, ਜਿਹਦੇ ਚ ਕਦੇ ਸਿੱਖ ਜੈਨੋਸਾਈਡ ਹੈ, ਕਦੇ ਫਿਰ ਬਾਬਰੀ ਮਸਜਿਦ ਦਾ ਢੱਠਣਾ ਹੈ, ਕਦੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਜੈਨੋਸਾਈਡ ਹੈ, ਕਿਤਲੇ ਨਾਰਥ ਈਸਟ ਦੇ ਵਿੱਚ ਜਿਹੜੀਆਂ 7 ਸਿਸਟਰ ਸਟੇਟਸ ਦੇ ਵਿੱਚ ਲੋਕ ਆਪਣੇ ਹੱਕਾਂ ਲਈ ਲੜ ਰਹੇ ਨੇ, ਉਹਨਾਂ ਦੇ ਉੱਤੇ ਬਹੁਤ ਦੇਰ ਤੱਕ ਜਿਹੜਾ ਨਾ ਉਹ ਪਰਦਾ ਪਾਈ ਰੱਖਿਆ ਗਿਆ। ਲੇਕਿਨ ਇਸ ਤਰ੍ਹਾਂ ਦੇ ਜਿਹੜੀਆਂ ਘਟਨਾਵਾਂ ਨੇ, ਉਹਨਾਂ ਦਾ ਜ਼ਾਹਿਰ ਇੱਕ ਬਹੁਤ ਨੈਗੇਟਿਵ ਇੰਪੈਕਟ ਹੈ, ਬਹੁਤ ਹੀ ਦੁਖਦਾਈ ਨੇ। ਇੱਥੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਫਸੋਸ ਹੈ। ਪਰ ਦੁਨੀਆ ਸਾਹਮਣੇ ਹੁਣ ਹੌਲੀ ਹੌਲੀ ਸੈਕੂਲਰ ਭਾਰਤ ਦਾ ਅਸਲ ਚਿਹਰਾ ਆਉਣ ਲੱਗ ਪਿਆ ਕਿ ਉੱਥੇ ਜਿਹੜਾ ਮੈਜੋਰੀਟੇਰੀਅਨ ਰੂਲ ਹੈ, ਜਿਹੜਾ ਸ਼ੁਰੂ ਤੋਂ ਹੀ ਰਾਮ ਰਾਜ ਦੇ ਮਾਡਲ ਤੇ ਕਾਇਮ ਹੈ, ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ, ਉਹਨਾਂ ਦਾ ਏਜੰਡਾ ਇੱਕ ਹੀ ਹੈ ਕਿ ਹਿੰਦੁਸਤਾਨ ਚ ਰਾਮ ਰਾਜ ਕਾਇਮ ਕਰਨਾ, ਹਿੰਦੂ ਤਵੀ ਰਾਜ ਕਾਇਮ ਕਰਨਾ, ਔਰ ਕੌਮਾਂ ਜਿਹੜੀਆਂ ਉੱਥੇ ਰਹਿ ਗਈਆਂ ਨੇ ਘੱਟ ਗਿਣਤੀਆਂ ਪਾਰਟੀਸ਼ਨ ਦੇ ਬਾਅਦ, ਉਹਨਾਂ ਦਾ ਘਾਣ ਕਰਨਾ। ਤਰੀਕੇ ਮੁਖਤਲਿਫ ਹੋ ਸਕਦੇ ਨੇ, ਪਰ ਏਜੰਡਾ ਜਿਹੜਾ ਇੱਕ ਹੈ। ਜਿਹੜੀ ਹੁਣ ਘਟਨਾ ਵਾਪਰੀ ਹੈ, ਉਹਦੀ ਪੂਰੀ ਦੁਨੀਆ ਦੇ ਉੱਤੇ ਚਰਚਾ ਹੋਈ ਹੈ। ਇੰਟਰਨੈਸ਼ਨਲ ਮੀਡੀਆ 'ਚ ਲੋਕਾਂ ਨੇ ਲਿਖਿਆ ਹੈ, ਭਾਰਤ ਦੇ ਵਿੱਚ ਮੀਡੀਆ ਨੇ ਉੱਤੇ ਗੱਲ ਕੀਤੀ ਹੈ। ਪਰ ਭਾਰਤ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ, ਉਹਨੂੰ ਸੈਲਫੀਆਂ ਲੈਣ ਤੋਂ ਫੁਰਸਤ ਹੀ ਨਹੀਂ ਹੈ। ਉਹ ਕਦੇ ਕਿਸੇ ਪਾਸੇ ਜਾ ਕੇ ਸੈਲਫੀ ਲੈ ਰਿਹਾ, ਕਦੇ ਕਿਸੇ ਪਾਸੇ ਲੈ ਰਿਹਾ। ਸੋ ਕਾਲਡ ਸੈਂਸਿਟਿਵ ਮੋਦੀ ਨੂੰ ਇੰਨੀ ਵੀ ਨਹੀਂ ਤੌਫੀਕ ਹੋਈ ਕਿ ਘੱਟ ਤੋਂ ਘੱਟ ਇਹਨੂੰ ਕੰਡੈਮ ਕਰਦਾ ਜਾਂ ਇਹਦੇ ਬਾਰੇ ਕੁਛ ਬੋਲਦਾ। ਸੋ ਇਹ ਜਿਹੜੀਆਂ ਘਟਨਾਵਾਂ ਨੇ, ਇਹ ਦੁਨੀਆ ਨੂੰ ਦੱਸ ਰਹੀਆਂ ਨੇ ਅੱਜ ਕਿ ਘੱਟ ਗਿਣਤੀਆਂ ਨੂੰ ਅਗਰ ਦਿਮਾਗ 'ਚ ਗਲਤਫਹਿਮੀ ਹੈ ਕਿ ਉਹ ਇੱਕ ਡੈਮੋਕ੍ਰੈਟਿਕ ਸੈਕੂਲਰ ਮੁਲਕ 'ਚ ਰਹਿੰਦੀਆਂ ਨੇ, ਤੇ ਉਹ ਦਿਮਾਗ 'ਚੋਂ ਕੱਢ ਦੇਣ। ਉਹ ਇੱਕ ਹਿੰਦੂ ਤਵੀ ਮੈਜੋਰੀਟੇਰੀਅਨ ਸੋ ਕਾਲਡ ਸੈਕੂਲਰ ਸਟੇਟ 'ਚ ਰਹਿ ਰਹੀਆਂ ਨੇ, ਔਰ ਹੁਣ ਦੁਨੀਆ ਨੂੰ ਚਾਹੀਦਾ ਕਿ ਉਹਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ, ਕਿਉਂਕਿ ਇਸ ਤਰ੍ਹਾਂ ਕਿਸੇ ਨੂੰ ਇਹ ਇਲਜ਼ਾਮ ਲਾ ਕੇ ਕਿ ਉਹਨੇ ਗਾਂ ਦਾ ਗੋਸ਼ਤ ਖਾਧਾ ਹੈ, ਇੰਨੇ ਜ਼ੁਲਮ ਦੇ ਨਾਲ ਮਾਰਨਾ, ਉੱਤੇ ਜ਼ੁਲਮ ਢਾਣਾ, ਅਗਰ ਇਸ ਤਰ੍ਹਾਂ ਇੰਨੀਆਂ ਛੋਟੀਆਂ ਗੱਲਾਂ ਦੇ ਉੱਤੇ ਇਸ ਤਰ੍ਹਾਂ ਲੋਕ ਕਰਨ ਲੱਗ ਪਏ ਔਰ ਮੌਬਸ ਨੇ ਫੈਸਲੇ ਕਰ ਲਏ ਕਿ ਕਿਹਨੂੰ ਮਾਰਨਾ ਕਿਹਨੂੰ ਛੱਡਣਾ ਹੈ, ਤੇ ਪਤਾ ਨਹੀਂ ਇਹ ਐਡੀ ਵੱਡੀ ਦੁਨੀਆ ਦੀ ਰਿਆਸਤ ਜਿਹਦੀ ਇੰਨੀ ਜ਼ਿਆਦਾ ਆਬਾਦੀ ਹੈ, ਜਿਹੜੀ ਆਪਣੇ ਆਪ ਨੂੰ ਅੱਗੇ ਇਕਨੋਮਿਕ ਟਾਈਗਰ ਬਣਾਉਣ ਦਾ ਸੋਚ ਰਹੀ ਹੈ, ਉਹ ਕਿੱਥੇ ਪਹੁੰਚੇਗੀ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੱਕ ਪਾਸੇ ਤਾਂ ਪ੍ਰੋਗਰੈਸਿਵ ਇੰਡੀਆ ਵੱਲ ਵੇਖਣ ਦੇ ਨਾਅਰੇ ਲਾਏ ਜਾਂਦੇ ਨੇ ਕਿ ਜੀ ਅਸੀਂ ਭਾਰਤ ਨੂੰ ਇੱਥੇ ਖੜਨਾ ਚਾਹੁੰਦੇ ਹਾਂ, ਅਸੀਂ ਭਾਰਤ ਨੂੰ ਉੱਥੇ ਖੜਨਾ ਚਾਹੁੰਦੇ ਹਾਂ, ਅਸੀਂ ਦੁਨੀਆ ਤਾਕਤ ਵੇਖਣਾ ਚਾਹੁੰਦੇ ਹਾਂ, ਤੇ ਦੂਸਰੇ ਪਾਸੇ ਤੁਸੀਂ ਗਾਰ ਦੇ ਜ਼ਮਾਨੇ ਦੀ ਗੱਲਾਂ ਸ਼ੁਰੂ ਕਰ ਦਿੱਤੀਆਂ, ਜਿੱਥੇ ਮਾਈਟ ਇਜ਼ ਰਾਈਟ ਸੀ,
ਮਾਡਰਨ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਬਹੁਤ ਘੱਟ ਹੀ ਨੇ ਕਿ ਜਿੱਥੇ ਲੋਕਾਂ ਨੂੰ ਇੱਕ ਜਾਨਵਰ ਦਾ ਗੋਸ਼ਤ ਖਾਣ ਤੇ ਇਸ ਤਰ੍ਹਾਂ ਮਾਰਿਆ ਜਾਵੇ ਔਰ ਉਹਦੇ ਬਾਅਦ ਉੱਤੇ ਸਰਕਾਰ ਦੀ ਅਥਾਰਟੀਜ਼ ਨਾ ਸਿਰਫ ਖਾਮੋਸ਼ ਰਹਿਣ ਬਲਕਿ ਹਿੰਦੂ ਤਵੀ ਤੁਸੀਂ ਹੁਣ ਦੇਖੋ ਸਟੇਟਮੈਂਟਾਂ ਵੀ ਆਉਣ ਲੱਗ ਪਈਆਂ ਨੇ ਹਿੰਦੂ ਤਵੀ ਲੀਡਰ ਦੀ ਤਰਫੋਂ ਕਿ ਜੋ ਮੁਹੰਮਦ ਇਖਲਾਕ ਨਾਲ ਵਾਪਰਿਆ ਬਿਲਕੁਲ ਠੀਕ ਵਾਪਰਿਆ ਔਰ ਜਿਹੜਾ ਵੀ ਗਾਂ ਦਾ ਗੋਸ਼ਤ ਖਾਏਗਾ ਜਾਂ ਗਊ ਹੱਤਿਆ ਕਰੇਗਾ ਅਸੀਂ ਉਹਦਾ ਇਹੀ ਹਾਲ ਕਰਾਂਗੇ। ਕਿੱਥੇ ਵੇ ਭਾਰਤ ਦੀ ਸਰਕਾਰ, ਕਿੱਥੇ ਵੇ ਭਾਰਤ ਦਾ ਕਨਸਟੀਟਿਊਸ਼ਨ, ਕਿੱਥੇ ਗਏ ਲੋਕਾਂ ਨੂੰ ਕੋਈ ਛੋਟੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਤੇ ਉਹਨੂੰ ਦਬਾ ਦਿੱਤਾ ਜਾਂਦਾ ਹੈ। ਪਰ ਇਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦਾ ਘੱਟ ਗਿਣਤੀਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ, ਹੇਟ ਸਪੀਚ ਕਰ ਰਹੇ ਨੇ, ਇਹਨਾਂ ਹੇਟ ਪ੍ਰੀਚਰਸ ਨੂੰ ਰੋਕਣ ਵਾਲਾ ਕੋਈ ਨਹੀਂ ਭਾਰਤ ਚ ਅੱਜ। ਔਰ ਇਹ ਜੋ ਕੁਝ ਹੋ ਰਿਹਾ ਹੈ ਦੁਨੀਆ ਦੇ ਸਾਹਮਣੇ ਭਾਰਤ ਦਾ ਅਸਲ ਚਿਹਰਾ ਜਿਹੜਾ ਹਿੰਦੂ ਤਵੀ ਚਿਹਰਾ ਹੈ ਉਹ ਲੈ ਕੇ ਆ ਰਿਹਾ। ਜੀ ਬਿਲਕੁਲ ਅਮੀ ਜਸਵੀਰ ਜੀ ਤੁਸੀਂ ਕਹਿੰਦੇ ਕਿ ਇਹਨਾਂ ਅਸਲੀ ਚਿਹਰਾ ਸਾਹਮਣੇ ਆ ਰਿਹਾ ਆਲਸੋ ਹੇਟ ਪ੍ਰੀਚ ਕਰ ਰਹੇ ਆ ਪਰ ਜਿਸ ਤਰ੍ਹਾਂ ਤੁਸੀਂ ਆਰਟੀਕਲ ਜਿਹੜਾ ਪ੍ਰਕਾਸ਼ਿਤ ਕੀਤਾ ਫਿਊ ਡੇਜ਼ ਬੈਕ ਬੀਜੇਪੀ ਪਾਰਟੀਜ਼ ਆਫ ਸੇਕਰਡ ਕਾਓ ਐਂਡ ਸਟ੍ਰੈਂਗਲ ਇੰਡੀਅਨ ਉਹਦੇ ਵਿੱਚ ਤੁਸੀਂ ਕਾਫੀ ਜਿਹੜੇ ਹਿਸਟੋਰੀਕਲ ਫੈਕਟਸ ਸਾਹਮਣੇ ਲੈ ਕੇ ਆਉਂਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਦੇ ਹਿੰਦੂ ਸਕ੍ਰਿਪਚਰਸ ਐਂਡ ਵੇਦਸ ਦੇ ਵਿੱਚ ਇਟ ਵਾਜ਼ ਲਾਈਕ ਜਿਹੜਾ ਗਾਓ ਸਲਾਟਰ ਸੀਗਾ ਜਾਂ ਜਿਹੜੀ ਬਲੀ ਦਿੱਤੀ ਜਾਂਦੀ ਸੀ ਜਾਂ ਮੀਟ ਖਾਇਆ ਜਾਂਦਾ ਸੀ। ਚਾਹਾਂਗੇ ਥੋੜੇ ਜਿਹੇ ਹਿਸਟੋਰੀਕਲ ਫੈਕਟਸ ਜਿਹੜੇ ਉਹ ਵੀ ਸਾਹਮਣੇ ਲੈ ਕੇ ਆਓ। ਦੇਖੋ ਜੀ ਮੈਂ ਤਾਂ ਕਿਉਂਕਿ ਐਂਸ਼ੀਐਂਟ ਇੰਡੀਆ ਦਾ ਔਰ ਐਂਸ਼ੀਐਂਟ ਇੰਡੀਅਨ ਹਿਸਟਰੀ ਦਾ ਜਿਹੜਾ ਹੈ ਉੱਤੇ ਰਿਸਰਚ ਕੀਤੀ ਹੈ ਤੇ ਮੈਂ ਰਿਗਵੇਦ ਬੜੇ ਧਿਆਨ ਨਾਲ ਪੜ੍ਹੀ ਹੈ। ਫਿਰ ਜਿਸ ਵੇਲੇ ਆਰੀਅਨਸ ਆ ਕੇ ਵਸੇ ਨੇ ਸਪਤ ਸਿੰਧੂ ਚ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਉਹਨੂੰ ਤਬਾਹ ਕਰਕੇ ਉੱਥੇ ਆਪਣੀ ਵਸੋਂ ਕੀਤੀ ਹੈ ਉਹ ਸਾਰਾ ਕਲਚਰ ਪੜ੍ਹਿਆ। ਉਸੇ ਹੀ ਕਲਚਰ ਤੋਂ ਫਿਰ ਹਿੰਦੂ ਮਤ ਦਾ ਜਨਮ ਹੋਇਆ ਹੈ। ਉਸ ਸਮੇਂ ਤੁਸੀਂ ਅਗਰ ਕੋਈ ਸਾਡੇ ਹਿੰਦੂ ਦੋਸਤ ਇਹ ਗੱਲ ਸੁਣ ਰਹੇ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਰਿਗਵੇਦ ਤਾਂ ਖੋਲ ਕੇ ਦੇਖੋ। ਤੁਸੀਂ ਹਿੰਦੂ ਧਰਮ ਦੀ ਜਿਹੜੀ ਓਰੀਜਨ ਹੈ ਉਹਨੂੰ ਤਾਂ ਪੜ੍ਹ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਜਿਹੜੇ ਦੇਵਤੇ ਆ ਜਿਹੜੇ ਰਿਗਵੇਦ ਚ ਮੈਨਸ਼ਨਡ ਆ ਉਹ ਬਾਰ-ਬਾਰ ਜ਼ਿਕਰ ਮਿਲਦਾ ਹੈ ਰਿਗਵੇਦ ਦੇ ਵਿੱਚ ਕਿ ਉਹ ਗਾਂ ਖਾਂਦੇ ਗਾਂ ਜਿਹੜੇ ਸਨ ਗਾਂ ਉਹਨਾਂ ਦੀ ਖੁਰਾਕ ਦਾ ਹਿੱਸਾ ਸੀ ਉਹ ਗਾਂ ਖਾਂਦੇ ਰਹੇ। ਸੋ ਵੇਦਾਂ ਨੂੰ ਪੜ੍ਹ ਕੇ ਤੁਸੀਂ ਦੇਖੋ। ਹੁਣ ਇੰਦਰਾ ਜਿਹੜਾ ਕਿ ਸ਼ੁਰੂ ਦੇ ਜਿਹੜੇ ਹਿੰਦੂ ਗੋਡ ਔਰ ਗੋਡ ਜਿਹੜਾ ਹਿੰਦੂ ਤਵੀਆਂ ਦਾ ਜਿਹੜਾ ਬੁਨਿਆਦੀ ਜਾਂ ਮੁੱਖ ਜਿਹੜਾ ਖੁਦਾ ਹੈ ਇੰਦਰਾ ਲਾਰਡ ਇੰਦਰਾ ਉਹ ਤੁਸੀਂ ਰਿਗਵੇਦ ਚ ਪੜ੍ਹ ਕੇ ਵੇਖੋ ਉਸ ਤੋਂ ਪਤਾ ਲੱਗਦਾ ਕਿ ਉਹ ਤੇ ਗਾਵਾਂ ਖਾਣ ਦਾ ਸ਼ੌਕੀਨ ਸੀ। ਇਸੇ ਤਰ੍ਹਾਂ ਤੁਹਾਨੂੰ ਮਹਾਭਾਰਤ ਦੇ ਵਿੱਚ ਰੰਤੀ ਦੇਵਾ ਨਾਂ ਦਾ ਇੱਕ ਕਿੰਗ ਮਿਲਦਾ ਹੈ ਉਹਦਾ ਜ਼ਿਕਰ ਮਿਲਦਾ ਹੈ ਜਿਹੜਾ ਬ੍ਰਾਹਮਣਾਂ ਨੂੰ ਗਾਂ ਦਾ ਗੋਸ਼ਤ ਤੇ ਖੁਰਾਕ ਵਰਤਾਂਦਾ ਸੀ। ਇਸੇ ਤਰ੍ਹਾਂ ਤੈਤਰੀਆ ਬ੍ਰਾਹਮਣ ਕੈਟਾਗਰੀ ਜਿਹੜੀ ਹੈ ਉਹਦੇ ਚ ਬੜਾ ਵਾਜ਼ੇ ਲਿਖਿਆ ਕਿ ਗਾਂ ਜਿਹੜੀ ਹੈ ਉਹ ਖਾਣ ਦੀ ਚੀਜ਼ ਹੈ ਜਾਂ ਮਾਸ ਜਿਹੜਾ ਗਾਂ ਦਾ ਉਹ ਖਾਣ ਵਾਲੀ ਚੀਜ਼ ਹੈ। ਸੋ ਜਿਹੜੇ ਲੋਕਾਂ ਨੇ ਹਿੰਦੂਇਜ਼ਮ ਦਾ ਇਤਿਹਾਸ ਪੜ੍ਹਿਆ ਜਿਨ੍ਹਾਂ ਲੋਕਾਂ ਨੇ ਐਂਸ਼ੀਐਂਟ ਹਿਸਟਰੀ ਆਫ ਇੰਡੀਆ ਪੜ੍ਹੀ ਉਹ ਮੈਨੂੰ 100% ਸਹਿਮਤ ਹੋਣਗੇ ਕਿ ਰਿਗਵੇਦ ਹੋਵੇ ਮਹਾਭਾਰਤ ਹੋਵੇ ਸਭ ਥਾਂ ਸਾਨੂੰ ਗਾਓ ਹੱਤਿਆ ਵੀ ਨਜ਼ਰ ਆਉਂਦੀ ਹੈ ਬ੍ਰਾਹਮਣ ਗਾਂ ਦਾ ਗੋਸ਼ਤ ਖਾਂਦੇ ਹੋਏ ਵੀ ਨਜ਼ਰ ਆਉਂਦੇ ਨੇ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਥੋਂ ਕਿ ਕਿਉਂ ਇਹਦੇ ਬਾਰੇ ਇੰਨੀ ਜ਼ਿਆਦਾ ਸੈਂਸਿਟੀਵਿਟੀ। ਮੈਂ ਸਮਝਦਾ ਹਾਂ ਕਿ ਜਿਹੜੀ ਗਾਓ ਖੁਸ਼ੀ ਹੈ ਜਾਂ ਗਾਓ ਹੱਤਿਆ ਹੈ ਇਹ ਧਾਰਮਿਕ ਤੋਂ ਜ਼ਿਆਦਾ ਇੱਕ ਸਿਆਸੀ ਮਸਲਾ ਹੈ ਜੀ ਔਰ ਸਾਨੂੰ ਕਿਤਲੇ ਨਜ਼ਰ ਨਹੀਂ ਆਉਂਦਾ ਭਾਰਤ ਦੇ ਵਿੱਚ ਕਿ ਕਦੇ ਗਾਓ ਹੱਤਿਆ ਤੇ ਕੋਈ ਲੋਕ ਆਪਸ ਲੜੇ ਹੋਣ ਗਾਓ ਦੇ ਗੋਸ਼ਤ ਦੇ ਵਰਤਾਨ ਤੇ ਕਦੇ ਕੋਈ ਲੜਾਈਆਂ ਹੋਈਆਂ ਹੋਣ। ਇਹ ਸਾਰਾ ਕੁਝ ਸ਼ੁਰੂ ਹੋਇਆ ਅੰਗਰੇਜ਼ ਦੇ ਰਾਜ ਚ ਜਦ ਆਰੀਆ ਸਮਾਜ ਮੂਵਮੈਂਟ ਚਲਾਈ ਗਈ ਔਰ ਦਇਆਨੰਦ ਸਰਸਵਤੀ ਨੇ ਜਿਹੜੀ ਹਿੰਦੂ ਰਿਵਾਈਵਲਿਜ਼ਮ ਦੀ ਗੱਲ ਕੀਤੀ ਉਹਦੇ ਚ ਇੱਕ ਏਜੰਡਾ ਉਹਨੇ ਗਾਂ ਖੁਸ਼ੀ ਤੇ ਪਾਬੰਦੀ ਦਾ ਵੀ ਰੱਖਿਆ ਕਿ ਗਾਓ ਹੱਤਿਆ ਤੇ ਪਾਬੰਦੀ ਹੋਣੀ ਚਾਹੀਦੀ ਹੈ। ਔਰ ਉਹਦੀ ਦਇਆਨੰਦ ਸਰਸਵਤੀ ਦੀ ਸਤਿਆਰਥ ਪ੍ਰਕਾਸ਼ ਨੂੰ ਤੁਸੀਂ ਪੜ੍ਹੋ ਉਹਦੇ ਵਿੱਚ ਉਹਨੇ ਕੋਈ ਧਰਮ ਨਹੀਂ ਛੱਡਿਆ ਜਿਹਨੂੰ ਗਾਲ ਨਹੀਂ ਕੱਢੀ। ਸਿੱਖੀਜ਼ਮ ਹੋਵੇ ਇਸਲਾਮ ਹੋਵੇ ਕੋਈ ਵੀ ਧਰਮ ਹੋਵੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ ਲੀਡਰ ਉਹਨਾਂ ਦੇ ਪ੍ਰਤੀ ਨਬੀਆਂ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਪ੍ਰਤੀ ਸਭ ਦੇ ਖਿਲਾਫ ਰੱਜ ਕੇ ਜ਼ਹਿਰ ਉਗਲਿਆ ਹੈ। ਪਰ ਇਹੋ ਜਿਹੀ ਜਿਹੜੀ ਹੇਟ ਸਪੀਚ ਹੈ ਉਹਨੂੰ ਹਿੰਦੁਸਤਾਨ ਦੀ ਸਿਆਸਤ ਚ ਜਗ੍ਹਾ ਦਿੱਤੀ ਗਈ। ਗਾਂਧੀ ਵਰਗਾ ਸੋ ਕਾਲ ਸੈਕੂਲਰ ਜਿਹਦੇ ਲੋਕ ਅੱਜ ਮੁਜੱਸਮੇ ਬਣਾ
ਲਾਉਂਦੇ ਆ ਉਹਨੂੰ ਪੜੋ। ਉਹਨੇ ਖੁਦ ਕਿਹਾ ਕਿ ਗਊ ਹੱਤਿਆ ਜਿਹੜਾ ਹੈਗੀ ਆ ਬਹੁਤ ਵੱਡਾ ਪਾਪ ਹੈ। ਫਿਰ ਤੁਹਾਡੇ ਇੱਥੇ ਜਿਹਨੂੰ ਮੂਵਮੈਂਟ ਚੱਲੀ ਸੀ ਗਦਰ ਮੂਵਮੈਂਟ, ਉਹਨੂੰ ਧੋਖਾ ਦੇਣ ਵਾਲਾ ਜਿਹੜਾ ਉਹਨੇ ਹਰਦਿਆਲ ਨੇ ਜਿਹੜਾ ਆਪਣੇ ਆਪ ਨੂੰ ਬੜਾ ਸੈਕੂਲਰ ਔਰ ਆਪਣੇ ਆਪ ਨੂੰ ਬੜਾ ਜਿਹੜਾ ਸੀ ਉਹ ਸਮਝਦਾ ਸੀ ਕਿ ਮੈਂ ਲੈਨਨ ਨੂੰ ਮੰਨਣ ਵਾਲਾ, ਮੈਂ ਫਲਾਣੇ ਨੂੰ ਮੰਨਣ ਵਾਲਾ ਔਰ ਕੈਮਿਨਿਸਟ ਆ, ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਸਾਨੂੰ ਇਹੋ ਜਿਹਾ ਭਾਰਤ ਕਬੂਲ ਨਹੀਂ ਜਿਹਦੇ ਵਿੱਚ ਗਊ ਹੱਤਿਆ ਹੋਵੇ। ਸੋ ਗਊ ਕੁਸ਼ੀ, ਗਊ ਹੱਤਿਆ ਦਾ ਜਿਹੜਾ ਵਿਸ਼ਾ ਹੈ ਉਹ ਹਿੰਦੂ ਸਿਆਸਤ ਦਾ, ਹਿੰਦੂ ਪੋਲਿਟੀ ਦਾ ਹਿੱਸਾ ਆਰੀਆ ਸਮਾਜ ਨਹੀਂ ਬਣ ਗਿਆ ਔਰ ਫਿਰ ਕਾਂਗਰਸ ਉਹਨੂੰ ਵਰਤਦੀ ਰਹੀ। ਇਸ ਤੋਂ ਅੱਗੇ ਚੱਲ ਕੇ ਤੁਸੀਂ ਇਹ ਦੇਖਦੇ ਹੋ ਕਿ 1935 ਚ ਜਦੋਂ ਇੰਡੀਅਨ ਐਕਟ ਆਉਂਦਾ ਹੈ, ਕਨਸਟੀਟਿਊਸ਼ਨ ਐਕਟ, ਫਿਰ ਉਹਦੇ ਬਾਅਦ ਕਾਂਗਰਸ ਮਿਨਿਸਟਰੀਜ਼ ਬਣਦੀਆਂ ਨੇ। ਉਹਦੇ ਵਿੱਚ ਜੋ ਕੁਛ ਅੱਜ ਮੋਦੀ ਦੀ ਸਰਕਾਰ ਕਰ ਰਹੀ ਉਸ ਵੇਲੇ ਕਾਂਗਰਸ ਦੀਆਂ ਜਿਹੜੀਆਂ ਮਿਨਿਸਟਰੀ ਸਨ ਉਹਦੇ ਤੇ ਬਹੁਤ ਵੱਡਾ ਖਜ਼ਾਨਾ ਇੱਥੇ ਬ੍ਰਿਟਿਸ਼ ਆਰਕਾਈਵਸ ਪਿਆ ਕਿ ਉਹਨਾਂ ਨੇ ਕੀ ਕੀ ਕੀਤਾ ਸੀ, ਮਾਈਨੋਰਟੀਜ਼ ਦਾ ਕਿਸ ਤਰ੍ਹਾਂ ਘਾਣ ਕੀਤਾ ਸੀ। ਉਹ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਉਹਦੇ 'ਚ ਇੱਕ ਚੀਜ਼ ਇਹ ਵੀ ਸੀ ਕਿ ਉਹਨਾਂ ਲੋਕਾਂ ਨੂੰ ਕਨਵਰਟ ਸ਼ੁਰੂ ਕਰ ਦਿੱਤਾ ਕਿ ਹਿੰਦੂਇਜ਼ਮ 'ਚ ਕਨਵਰਟ, ਜਿਸ ਤਰ੍ਹਾਂ ਹੁਣ ਘਰ ਵਾਪਸੀ ਚੱਲ ਰਹੀ ਹੈ ਉਸ ਸਮੇਂ ਵੀ ਜਿਹੜਾ ਨਾ ਉਸ ਸ਼ੁੱਧੀ ਸੰਗਠਨ ਨਾਂ ਦੀਆਂ ਕਈ ਮੂਵਮੈਂਟ ਚਲਾਈਆਂ ਗਈਆਂ ਔਰ ਲੋਕਾਂ ਨੂੰ ਸ਼ੁੱਧ ਕਰਨ ਲਈ, ਹਿੰਦੂਇਜ਼ਮ 'ਚ ਵਾਪਸ ਲਿਆਉਣ ਲਈ ਇੱਕ ਮਿਕਸਚਰ ਉਹਨਾਂ ਨੂੰ ਖਵਾਇਆ ਜਾਂਦਾ ਸੀ ਜਿਹਨੂੰ ਪੰਚਮ ਕਿਹਾ ਜਾਂਦਾ ਸੀ। ਜਿਹੜਾ ਮੁਸਲਮਾਨਾਂ ਨੂੰ ਔਰ ਹੋਰ ਜਿਹੜੀਆਂ ਘੱਟ ਗਿਣਤੀਆਂ ਸਨ ਉਹਨਾਂ ਦੇ ਜਿਹੜੇ ਮਾੜੇ ਲੋਕ ਸਨ ਉਹਨਾਂ ਨੂੰ ਖਵਾ ਕੇ ਹਿੰਦੂ ਕੀਤਾ ਜਾਂਦਾ ਸੀ। ਉਹ ਪੰਚਮ ਕੀ ਸੀ? ਉਹ 'ਚ ਗਾਂ ਦਾ ਗੋਇਆ, ਗਾਂ ਦਾ ਮੂਤਰ, ਗਾਂ ਦਾ ਮੱਖਣ ਔਰ ਪਨੀਰ ਔਰ ਇਸ ਤਰ੍ਹਾਂ ਦੀ ਚੀਜ਼ਾਂ ਸ਼ਾਮਲ ਕਰਕੇ ਖਵਾਈਆਂ ਜਾਂਦੀਆਂ ਸਨ। ਔਰ ਮੁਹੰਮਦ ਅਲੀ ਜਿਨਾਹ ਨੇ ਜਿਹੜਾ ਪਾਕਿਸਤਾਨ ਦਾ ਮੁਤਾਲਬਾ ਕੀਤਾ, ਉਹਨਾਂ ਦੀ ਸਪੀਚਿਸ 'ਚ ਇਹ ਹੈ ਵੀ ਇਹ ਲੋਕ ਤਾਂ ਇਸ ਤਰ੍ਹਾਂ ਗਾਂ ਨੂੰ ਮੁਕੱਦਸ ਸਮਝ ਕੇ ਉਹਦਾ ਪੰਚਮ ਲੋਕਾਂ ਨੂੰ ਖਵਾ ਕੇ ਹਿੰਦੂ ਬਣਾ ਰਹੇ ਆ, ਇਹਨਾਂ ਨਾਲ ਅਸੀਂ ਕਿਸ ਤਰ੍ਹਾਂ ਰਹਿ ਸਕਦੇ ਹਾਂ। ਸੋ ਉੱਥੋਂ ਇਹ ਸਾਰਾ ਕੁਛ ਜਿਹੜਾ ਹੈ ਸਿਆਸਤ 'ਚ ਵੜਿਆ ਹੈ। ਇੱਕ ਬੜੀ ਮੈਂ ਤੇ ਚਲੋ ਮੁਸਲਮਾਨ ਹਾਂ ਜਾਂ ਹਿੰਦੂ ਭਾਈ ਸ਼ਾਇਦ ਇਹ ਸਮਝਣ ਕਿ ਮੈਂ ਜੋ ਗੱਲ ਕਰ ਰਿਹਾ ਉਹ ਸ਼ਾਇਦ ਇੰਨੀ ਸਪਸ਼ਟ ਨਾ ਹੋਵੇ। ਇੱਕ ਪ੍ਰੋਫੈਸਰ ਨੇ, ਹਿੰਦੂ ਪ੍ਰੋਫੈਸਰ ਹੀ ਨੇ, ਹਿਸਟਰੀ ਦੇ ਰਿਟਾਇਰਡ ਪ੍ਰੋਫੈਸਰ ਨੇ, ਉਹਨਾਂ ਦਾ ਨਾਂ ਹੈ ਦੇਵਜਿੰਦਰਾ ਨਾਰਾਇਣ ਝਾ। ਉਹਨਾਂ ਨੇ ਕਿਤਾਬ ਲਿਖੀ ਹੈ ਦ ਮਿਥ ਆਫ ਦਾ ਹੋਲੀ ਕਾਓ। ਉਹ ਕਿਤਾਬ 'ਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਫੈਕਟਸ, ਔਰ ਇੰਡੀਆ ਤੋਂ ਹੀ ਉਹਨਾਂ ਦੀ ਕਿਤਾਬ ਛਪੀ ਹੈ, ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਫੈਕਟਸ ਜਿਹੜੇ ਆ ਉਹ ਦਿੱਤੇ ਨੇ। ਉਹ ਕਹਿੰਦੇ ਨੇ ਵੀ ਜਿਹੜੇ ਅੱਜ ਕੱਲ੍ਹ ਦੇ ਹਿੰਦੂ ਤਾਂ ਵੀ ਇਹ ਕਹਿੰਦੇ ਨੇ ਵੀ ਗਾਂ ਜਿਹੜੀ ਆ ਇਹ ਤਾਂ ਮੁਸਲਮਾਨਾਂ ਨੇ ਆ ਕੇ ਇਹਦੀ ਹੱਤਿਆ ਸ਼ੁਰੂ ਕੀਤੀ ਆ, ਅਸੀਂ ਤਾਂ ਪਹਿਲਾਂ ਖਾਂਦੇ ਨਹੀਂ। ਜਿਹੜੀਆਂ ਗੱਲਾਂ ਮੈਂ ਕੀਤੀਆਂ ਰਿਗਵੇਦ ਦੇ ਹਵਾਲੇ ਨਾਲ ਉਹਨਾਂ ਨੇ ਉਹ ਸਾਰੀਆਂ ਸਾਈਟ ਕੀਤੀਆਂ ਨੇ ਕਿ ਹਿੰਦੂ ਧਰਮ ਦੇ ਵਿੱਚ ਗਾਂ ਦਾ ਮਾਸ ਖਾਣ ਦੀ ਬਹੁਤ ਪੁਰਾਣੀ ਰਵਾਇਤ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਅੱਜ ਦਾ ਦੌਰ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਬਾਰੇ ਚ ਕਿਹਾ ਵੀ ਕੇਰਲਾ ਦੇ ਵਿੱਚ 72 ਅਜਿਹੀਆਂ ਜ਼ਾਤਾਂ ਨੇ, ਅਜਿਹੀਆਂ ਕਮਿਊਨਿਟੀਆਂ ਨੇ ਜਿਹੜੀਆਂ ਅੱਜ ਜਿਹੜਾ ਗਾਂ ਦਾ ਗੋਸ਼ਤ ਖਾਂਦੀਆਂ ਨੇ। ਔਰ ਇਹ 72 ਦੀਆਂ 72 ਕਮਿਊਨਿਟੀਆਂ ਪ੍ਰੋਫੈਸਰ ਜਹਾ ਦੇ ਬਕੌਲ ਹਿੰਦੂ ਕਮਿਊਨਿਟੀਜ਼ ਨੇ। ਸੋ ਮੈਂ ਸਮਝਦਾ ਕਿ ਧਾਰਮਿਕ ਤੋਂ ਵੱਧ ਕੇ ਇਹ ਜਿਹੜਾ ਵਿਸ਼ਾ ਹੈ ਇਤਿਹਾਸਿਕ ਤੌਰ ਤੇ ਧਾਰਮਿਕ ਨਹੀਂ ਹੈ ਬਲਕਿ ਪੋਲੀਟੀਕਲ ਹੈ ਔਰ ਇਹਨੂੰ ਇੱਕ ਪੋਲੀਟੀਕਲ ਨਾਅਰੇ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਔਰ ਕਿਉਂਕਿ ਲੋਕਾਂ ਦੀ ਨਾ ਰਿਸਰਚ ਹੈ, ਨਾ ਲੋਕ ਆਪਣੇ ਜਿਹੜੇ ਨੇ ਐਂਸ਼ੀਐਂਟ ਹਿਸਟਰੀ ਦੇ ਹਿੰਦੂ ਸੋਰਸਿਸ ਨੇ ਉਹ ਪੜ੍ਹਦੇ ਨੇ, ਇਸ ਵਾਸਤੇ ਜੋ ਨਾਰਾ ਲਾਇਆ ਜਾਂਦਾ ਲੋਕ ਅੰਨ੍ਹੇਵਾਹ, ਅੰਨੀ ਸ਼ਰਧਾ ਪ੍ਰਤੀ ਉਹਦੇ ਮਗਰ ਟੁਰ ਪੈਂਦੇ ਨੇ। ਜੀ ਬਿਲਕੁਲ ਬਿਲਕੁਲ। ਸੋ ਵੀਰ ਜੀ ਤੁਸੀਂ ਜਿਸ ਐਗਜ਼ਾਮਪਲ ਦਿੱਤੀਆਂ, ਪਾਸਟ ਦੀ ਐਗਜ਼ਾਮਪਲਸ ਫੈਕਟਸ ਦੇ ਨਾਲ ਦਿੱਤੀਆਂ, ਫੈਕਟਸ ਦੀ ਐਗਜ਼ਾਮਪਲ ਦਿੱਤੀਆਂ, ਆਲਸੋ ਕਰੰਟ ਐਗਜ਼ਾਮਪਲਸ ਦਿੱਤੀਆਂ, ਬਟ ਆਲਸੋ ਇਟਸ ਆਲਸੋ ਪ੍ਰੂਵਨ ਦੈਟ ਯੂ ਨੋ ਹਾਊ ਇੰਡੀਆ ਇਜ਼ ਬੀਇੰਗ ਸੋ ਹਿਪੋਕ੍ਰਿਟਿਕ। ਐਂਡ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਬੀਫ ਸਟਾਰਟਰ ਕੰਪਨੀਜ਼ ਆ, ਇਟਸ ਆਲਸੋ ਓਨਡ ਬਾਈ ਮੋਸਟਲੀ ਹਾਈ ਕਲਾਸ ਹਿੰਦੂ ਬ੍ਰਾਹਮਨਸ ਇਨ ਇੰਡੀਆ। ਆਲਸੋ ਇੰਡੀਆ ਇਜ਼ ਐਕਸਪੋਰਟਿੰਗ ਮੋਰ ਬੀਫ ਦੈਨ ਲਾਸਟ ਫਿਊ ਈਅਰਸ। ਇਹ ਵੀ ਫੈਕਟਸ ਸਾਹਮਣੇ ਆਏ ਨੇ। ਐਂਡ ਯੂ ਆਰ ਰਾਈਟ, ਇਟ ਇਜ਼ ਆ ਪੋਲਿਟਿਕਸ ਜਿਹੜੀ ਹੈਗੀ ਚੱਲ ਰਹੀ ਹੈ, ਬੀਫ ਦੀ ਪੋਲਿਟਿਕਸ ਚੱਲ ਰਹੀ ਹੈ। ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਥੀਸ ਟੂ ਐਗਜ਼ਾਮਪਲਸ? ਦੇਖੋ ਜੀ, ਬੀਫ ਦੀ ਸਭ ਤੋਂ ਵੱਡੇ ਜਿਹੜੇ ਆ ਇੰਡੀਆ ਇਸ ਵੇਲੇ ਐਕਸਪੋਰਟਰ ਹੈ ਔਰ ਮੋਦੀ ਨੇ ਖੁਦ ਕਿਹਾ ਸੀ ਕਿ ਵੀ ਵਿਲ ਬ੍ਰਿੰਗ ਦ ਪਿੰਕ ਰੈਵੋਲੂਸ਼ਨ। ਹੁਣ ਪਿੰਕ ਰੈਵੋਲੂਸ਼ਨ ਦਾ ਮਤਲਬ ਇਹ ਸੀ ਵੀ ਅਸੀਂ ਜਿਹੜੀ ਗੋਸ਼ਤ ਅਸੀਂ ਬਾਹਰ ਘੱਲਨੇ ਆ ਜਾਂ ਬੀਫ ਬਾਹਰ ਘੱਲਨੇ ਆ ਉਹ ਵਧਾਵਾਂਗੇ। ਹੁਣ ਗੱਲ ਇਹ ਹੈ ਕਿ ਬੀਫ ਦੇ ਸਭ ਤੋਂ ਵੱਡੇ ਟਰੇਡਰ ਕੌਣ ਆ? ਮੁਸਲਮਾਨ ਨੇ। ਸੋ ਹੁਣ ਹਿੰਦੂ ਤਾਂ ਵੀ ਹਕੂਮਤ ਜਿਹੜੀ ਆ ਉਹ ਬੀਫ ਦੀ ਪੋਲਿਟਿਕਸ ਕਰਕੇ ਇੱਕ ਤਾਂ ਉਹਨਾਂ ਦੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਆ। ਦੂਸਰਾ ਜਿਹੜਾ ਐਲੀਮੈਂਟ ਹੈ ਬਹੁਤ ਡੋਮੀਨੈਂਟ, ਉਹ ਤੁਸੀਂ ਜਿਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਹੈ ਵੀ ਇਸ ਵੇਲੇ ਚੋਣਾਂ ਹੋ ਰਹੀਆਂ ਨੇ ਯੂਪੀ ਤੇ ਬਿਹਾਰ ਦੇ ਵਿੱਚ, ਉੱਥੇ ਮੁਸਲਮਾਨਾਂ ਦੀ ਬਹੁਤ ਵੱਡੀ ਵਸੋਂ ਹੈ। ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਬੀਜੇਪੀ ਤੋਂ ਬਹੁਤ ਜ਼ਿਆਦਾ ਵੋਟ ਲੈ ਜਾਂਦੀਆਂ।
ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਨੇ ਇਹ ਦੇਖਿਆ ਕਿ ਇਹ ਹੀ ਮੌਕਾ ਹੈ ਅਸੀਂ ਬੀਫ ਪੋਲਿਟਿਕਸ ਕਰੀਏ ਔਰ ਗੋਸ਼ਤ ਦੀ ਸਿਆਸਤ ਕਰੀਏ ਤਾਂ ਕਿ ਹਿੰਦੂ ਵੋਟਰ ਜਿਹੜਾ ਹੈ ਉਹ ਕਿਸੇ ਹੋਰ ਪਾਰਟੀ ਨੂੰ ਵੋਟ ਨਾ ਦੇ, ਉਹ ਸਿਰਫ ਔਰ ਸਿਰਫ ਜਿਹੜਾ ਹੈ ਉਹ ਬੀਜੇਪੀ ਨੂੰ ਵੋਟ ਦੇ ਔਰ ਹਿੰਦੂਤਵੀ ਫੋਰਸਿਸ ਨੂੰ ਵੋਟ ਦੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਆਸਤਾਂ ਨੇ ਉਹ ਹਿੰਦੁਸਤਾਨ ਦੇ ਵਿੱਚ ਨਵੀਆਂ ਨਹੀਂ, ਇਸ ਤੋਂ ਪਹਿਲਾਂ ਵੀ ਸਰਕਾਰਾਂ ਜਿਹੜੀਆਂ ਨੇ ਇਸ ਤਰ੍ਹਾਂ ਦੇ ਮੁੱਦੇ ਖੁਦ ਖੜੀਆਂ ਕਰਕੇ ਇਲੈਕਸ਼ਨ ਜਿੱਤਣ ਲਈ ਇਸਤੇਮਾਲ ਕਰ ਚੁੱਕੀਆਂ ਨੇ। ਜਿਸ ਤਰ੍ਹਾਂ 1984 ਦੇ ਘੱਲੂਘਾਰੇ 'ਚ ਇੱਕ ਬਹੁਤ ਵੱਡਾ ਫੈਕਟਰ ਇਹ ਵੀ ਸੀ ਕਿ ਇੰਦਰਾ ਗਾਂਧੀ ਹਿੰਦੂਆਂ ਨੂੰ ਖੁਸ਼ ਕਰਨ ਲਈ ਸਿੱਖਾਂ ਨੂੰ ਇਸ ਤਰ੍ਹਾਂ ਦੇ ਜ਼ੁਲਮ ਜਬਰ ਔਰ ਸਿਤਮ ਦਾ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ ਕਿ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਹਿੰਦੂ ਫੋਰਸਿਸ ਨੇ ਉਹਦੇ ਦੁਆਲੇ ਇਕੱਠੀਆਂ ਹੋ ਜਾਣ। ਇਸ ਦੇ ਬਾਅਦ ਸਿਆਸਤ ਵਿੱਚ ਮਜ਼ਹਬ ਨੂੰ ਲਿਆਉਣ ਦਾ ਕੰਮ ਰਾਜੀਵ ਗਾਂਧੀ ਨੇ ਕੀਤਾ। ਤੁਸੀਂ ਦੇਖਿਆ ਕਿ ਜਿਹਨੂੰ ਬਾਬਰੀ ਮਸਜਿਦ ਸ਼ਹੀਦ ਹੋਈ ਹੈ ਉਸ ਤੋਂ ਕੁਝ ਦਿਨ ਪਹਿਲਾਂ ਹੀ ਉਹਨੇ ਜਿਹੜਾ ਸੋ ਕਾਲਡ ਸੈਕੂਲਰ ਪਾਰਟੀ ਦਾ ਆਗੂ ਸੀ ਉਹਨੇ ਨਾਰਾ ਲਾਇਆ ਸੀ ਵੀ ਅਸੀਂ ਹਿੰਦੁਸਤਾਨ 'ਚ ਰਾਮ ਰਾਜ ਕਾਇਮ ਕਰਾਂਗੇ। ਤੇ ਉਹ ਬਾਬਰੀ ਮਸਜਿਦ ਜਿਹੜੀ ਕਈ ਸਾਲਾਂ ਤੋਂ ਲੌਕ ਸੀ, ਜਿੱਤੇ ਉੱਤੇ ਪਹਿਰਾ ਸੀ, ਉਹਨੇ ਹਾਈ ਕੋਰਟ 'ਚੋਂ ਆਨਨ ਫਾਨਨ 3-4 ਦਿਨਾਂ 'ਚ ਫੈਸਲਾ ਲੈ ਕੇ ਉਹਦੇ ਤਾਲੇ ਖੁਲਵਾ ਦਿੱਤੇ ਔਰ ਹਿੰਦੂ ਬਲਵਾਈਆਂ ਨੂੰ ਨੇ ਜੋ ਕਰਨਾ ਚਾਹਿਆ ਉਹਨਾਂ ਨੂੰ ਕਰਨ ਦਿੱਤਾ ਔਰ ਉਹਦੇ ਨਤੀਜੇ 'ਚ ਬਾਬਰੀ ਮਸਜਿਦ ਢਹਿ ਗਈ। ਮਕਸਦ ਉਹਦਾ ਵੀ ਇਹ ਸੀ ਵੀ ਇਲੈਕਸ਼ਨ ਆ ਰਹੇ ਆ ਤੇ ਮੈਂ ਰਾਮ ਰਾਜ ਦਾ ਨਾਰਾ ਲਾਵਾਂ, ਦੂਸਰੇ ਪਾਸੇ ਬਾਬਰੀ ਮਸਜਿਦ ਦਾ ਤਾਲਾ ਖੁਲਵਾਵਾਂ, ਉੱਥੇ ਫਿਰ ਜੋ ਹਿੰਦੂ ਬਲਵਾਈ ਕਰਨਾ ਚਾਹਣ ਕਰ ਲੈਣ। ਇਹੀ ਕੰਮ ਮੋਦੀ ਨੇ ਗੁਜਰਾਤ ਦੇ ਵਿੱਚ ਕੀਤਾ ਹੈ। ਸੋ ਇਹ ਜਿਹੜੀ ਗੋਸ਼ਤ ਦੀ ਸਿਆਸਤ ਹੈ ਜਾਂ ਘੱਟ ਗਿਣਤੀਆਂ ਦਾ ਘਾਣ ਕਰਕੇ ਉਹਨਾਂ ਨੂੰ ਡਰਾ ਕੇ ਔਰ ਹਿੰਦੂਤਵੀ ਵੋਟ ਲੈਣ ਦੀ ਸਿਆਸਤ ਕੋਈ ਨਵੀਂ ਨਹੀਂ ਹੈ, ਬਹੁਤ ਪੁਰਾਣੀ ਹੈ। ਔਰ ਇਹੀ ਕਾਰਡ ਹੁਣ ਯੂਪੀ ਬਿਹਾਰ ਦੇ ਇਲੈਕਸ਼ਨ ਵਾਸਤੇ ਬੀਜੇਪੀ ਨੇ ਖੇਡਿਆ ਹੈ। ਔਰ ਸਿਰਫ ਇਹ ਨਹੀਂ ਹੈ, ਮੈਂ ਤੇ ਬੜਾ ਹੈਰਾਨ ਹੋਇਆ ਕਿ ਕੀ ਹੋ ਰਿਹਾ ਇਸ ਭਾਰਤ ਦੇ ਵਿੱਚ ਕਿ ਦਿੱਲੀ ਦੀ ਪੁਲਿਸ ਦੀ ਸਟੇਟਮੈਂਟਾਂ ਨੇ ਕਿ ਜਿਹੜੇ ਜਰਨਲਿਸਟ ਅਜਿਹੇ ਵਾਕਿਆ ਰਿਪੋਰਟ ਕਰ ਰਹੇ ਨੇ ਉਹਨਾਂ ਨੂੰ ਕੁੱਟਿਆ ਫੰਡਿਆ ਜਾਏ ਕਿਉਂਕਿ ਉਹ ਧਰਮ ਦੇ ਖਿਲਾਫ ਚੱਲ ਰਹੇ ਨੇ। ਉਹਨਾਂ ਨੂੰ ਇਸ ਤਰ੍ਹਾਂ ਦੇ ਘੱਟ ਗਿਣਤੀਆਂ ਦੇ ਜਿਹੜੇ ਹਮਲੇ ਹੋ ਰਹੇ ਆ ਗਊ ਮਾਤਾ ਦੀ ਰੱਖਿਆ ਲਈ ਉਹ ਬਿਲਕੁਲ ਰਿਪੋਰਟ ਨਹੀਂ ਕਰਨੇ ਚਾਹੀਦੇ। ਸੋ ਪਤਾ ਨਹੀਂ ਲੋਕਾਂ ਦੀ ਇੰਨੀ ਸ਼ਰਧਾ ਕਿਸ ਹੱਦ ਤੱਕ ਵੱਧ ਗਈ ਹੈ ਕਿ ਉਹ ਇੱਕ ਜਾਨਵਰ ਦੇ ਨਾਂ ਦੇ ਉੱਤੇ ਇਨਸਾਨਾਂ ਨੂੰ ਮਾਰ ਰਹੇ ਨੇ। ਫਿਰ ਤੁਸੀਂ ਇਹ ਦੇਖਿਆ ਕਿ ਬੀਜੇਪੀ ਦੀਆਂ ਸਰਕਾਰਾਂ ਜਿਨ੍ਹਾਂ ਰਿਆਸਤਾਂ 'ਚ ਰਹੀਆਂ ਨੇ ਪਹਿਲਾਂ ਵੀ, ਭਾਵੇਂ ਗੁਜਰਾਤ ਹੋਵੇ, ਰਾਜਸਥਾਨ ਹੋਵੇ, ਹੋਰ 5-6 ਰਿਆਸਤਾਂ ਇੰਡੀਆ ਦੀਆਂ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਰਹੀਆਂ ਨੇ, ਉੱਥੇ ਨਾ ਸਿਰਫ ਗਾਉ ਹੱਤਿਆ ਤੇ ਪਾਬੰਦੀ ਲਾਈ ਗਈ ਹੈ ਬਲਕਿ ਰਾਜਸਥਾਨ ਨੇ ਤਾਂ ਕਿਹਾ ਕਿ ਅਸੀਂ ਗਾਵਾਂ ਦੀ ਇੱਕ ਵੱਖਰੀ ਮਿਨਿਸਟਰੀ ਕਾਇਮ ਕਰਾਂਗੇ। ਫਿਰ ਮੋਦੀ ਜੀ ਨੂੰ ਗੁਜਰਾਤ ਦਾ ਸੀ ਚੀਫ ਮਿਨਿਸਟਰ, ਉਹਨੇ ਲੈਜਿਸਲੇਸ਼ਨ ਪਾਸ ਕੀਤੀ ਵੀ ਗਾਉ ਹੱਤਿਆ ਤੇ 7 ਸਾਲ ਦੀ ਕੈਦ ਹੋ ਜਾਏਗੀ। ਸੋ ਇਹ ਕੀ ਕਰ ਰਹੇ ਨੇ? ਦੁਨੀਆ ਹੱਸ ਰਹੀ ਹੈ ਇਸ ਵੇਲੇ ਭਾਰਤ ਕਿ ਕਿਸਾਂ ਦਾ ਮੁਲਕ ਬਣਦਾ ਜਾ ਰਿਹਾ ਹੈ ਕਿ ਜਿੱਥੇ ਬੰਦੇ ਅਧਿਕਾਰ ਦੀ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਖਿਆਲ ਨਹੀਂ ਹੈ, ਲੇਕਿਨ ਜਾਨਵਰਾਂ ਦੀ ਰੱਖਿਆ ਲਈ ਮਿਨਿਸਟਰੀਆਂ ਬਣ ਰਹੀਆਂ, ਜਾਨਵਰਾਂ ਦੇ ਮਰਨ ਦੇ ਉੱਤੇ ਬੰਦੇ ਮਾਰੇ ਜਾ ਰਹੇ। ਸੋ ਇਹ ਇੱਕ ਅਜੀਬ ਜਿਹੀ ਸਿਚੁਏਸ਼ਨ ਹੈ ਜਿਹੜੀ ਘੱਟ ਤੋਂ ਘੱਟ ਕਿਸੇ ਵੀ ਅਕਲ ਸ਼ਊਰ ਫਹਿਮ ਵਾਲੇ ਬੰਦੇ ਦੀ ਸਮਝ ਤੋਂ ਬਾਹਰ ਹੈ ਔਰ ਇੱਕ ਸਹਿਮ ਦੀ ਪੋਲਿਟਿਕਸ ਕੀਤੀ ਜਾ ਰਹੀ ਹੈ। ਤੁਸੀਂ ਦੇਖੋਗੇ ਮੁਸਲਮਾਨ ਵਿਚਾਰੇ ਇੰਨੇ ਡਰੇ ਆ ਇਸ ਸਾਰੀ ਪੋਲਿਟਿਕਸ ਦੇ ਬਾਅਦ ਕਿ ਮੈਂ ਅੱਜ ਕੱਲ੍ਹ ਇੰਟਰਨੈਟ ਤੇ ਤਸਵੀਰਾਂ ਦੇਖਦਾ ਕਿ ਇੱਕ ਮੁਸਲਮਾਨ ਭੱਜ ਕੇ ਵਿਚਾਰਾ ਨਮਾਜ਼ ਛੱਡ ਕੇ ਭੱਜਿਆ ਕਿ ਇੱਕ ਗਾਂ ਖੂਹ 'ਚ ਡਿੱਗ ਪਈ, ਮੈਨੂੰ ਫਟਾਫਟ ਕੱਢਾਂ, ਜੇ ਇਹ ਡੁੱਬ ਗਈ ਤੇ ਪੂਰੇ ਦੇ ਪੂਰੇ ਜਿਹੜਾ ਮੁਸਲਮਾਨਾਂ ਦਾ ਸ਼ਹਿਰ ਹੈ ਜਾਂ ਮੁਸਲਮਾਨਾਂ ਦਾ ਕਸਬਾ ਹੈ ਉਹ ਸਾਰਿਆਂ ਦਾ ਘਾਣ ਕਰ ਦਿੱਤਾ ਜਾਏਗਾ। ਉਹਨੂੰ ਇੰਡੀਅਨ ਪ੍ਰੈਸ ਨੇ ਛਾਪਿਆ ਕਿ ਦੇਖੋ ਇੰਟਰਫੇਥ ਹਾਰਮਨੀ, ਕਿ ਇੱਕ ਮੁਸਲਮਾਨ ਨਮਾਜ਼ ਛੱਡ ਕੇ ਗਾਂ ਨੂੰ ਬਚਾਉਣ ਟੁਰ ਪਿਆ। ਸੋ ਇਸ ਤਰ੍ਹਾਂ ਦੀ ਕਈ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਔਰ ਇੱਕ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮਾਈਨੋਰਟੀਜ਼ ਨੂੰ, ਇੱਕ ਸਹਿਮ ਦੀ ਸਿਆਸਤ ਕੀਤੀ ਜਾ ਰਹੀ ਹੈ ਜਿਹੜੀ ਕਿ ਭਾਰਤ ਵਾਸਤੇ ਬਿਲਕੁਲ ਫਾਇਦੇਮੰਦ ਨਹੀਂ ਹੈ। ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਦੁਨੀਆ ਦੇ ਜਿੰਨੇ ਵੱਡੇ ਥਿੰਕ ਟੈਂਕ ਆ ਉਹ ਭਾਰਤ ਦੀ ਨਿੰਦਾ ਕਰ ਚੁੱਕੇ ਆ। ਪਿਛਲੇ ਸਾਲ ਜਿਹੜੀ ਯੂਨਾਈਟਿਡ ਸਟੇਟਸ ਕਾਉਂਸਲ ਔਨ ਰਿਲੀਜੀਅਸ ਫਰੀडम ਦੀ ਰਿਪੋਰਟ ਹੈ ਉਹ ਤੇ ਬੜੀ ਖੁੱਲ ਕੇ ਭਾਰਤ ਤੇ ਤਨਕੀਦ ਹੋਈ ਹੈ। ਹੁਣ ਜਦੋਂ ਮੋਦੀ ਸਾਹਿਬ ਰੀਸੈਂਟਲੀ ਆਏ ਸੀ ਇੱਥੇ ਅਮਰੀਕਾ ਤੇ ਜਿਹੜਾ ਸਾਡਾ ਅਮਰੀਕਨ ਸਿੱਖ ਕਾਕਸ ਹੈ ਉਹਦੇ ਕੋ-ਚੇਅਰ ਨੇ ਗਰਮੰਡੀ ਸਾਹਿਬ ਨੇ, ਮਾਈਕ ਹੋਂਡਾ ਨੇ ਉਹਨੂੰ ਕਨਫਰੰਟ ਕੀਤਾ ਕਿ ਤੁਸੀਂ ਘੱਟ ਗਿਣਤੀਆਂ ਦਾ ਜਿਹੜਾ ਕਾਣ ਹੈ ਉਹ ਬੰਦ ਕਰੋ ਔਰ ਜਿਹੜੀ ਹਿੰਦੂਤਵੀ ਸਿਆਸਤ ਹੈ ਉਹਨੂੰ ਖਤਮ ਕਰੋ। ਜੀ ਬਿਲਕੁਲ ਬਿਲਕੁਲ। ਪਰ ਜਿਸ ਤਰ੍ਹਾਂ ਵੀਰ ਜੀ ਭਾਰਤ ਦੇ ਵਿੱਚ ਸਿਰਫ ਹਿੰਦੂਆਂ ਨੂੰ ਹਿੰਦੂ ਧਰਮ ਦਿਖਦਾ ਹੈ, ਬਾਕੀ ਮਾਈਨੋਰਟੀਜ਼ ਦੇ ਲੋਕ ਦਿਖਦੇ ਨਹੀਂ ਹੈਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਨੇ ਗਊਆਂ ਦੇ ਨਾਮ ਤੇ ਕਾਫੀ ਚੀਜ਼ਾਂ ਖੋਲੀਆਂ ਹੋਈਆਂ ਨੇ। ਪੀੜੀ ਸ਼ੋਅ ਕਿ ਇਹ ਵੀ ਸੁਣਨ ਦੇ ਵਿੱਚ ਐਸੇ ਗਊ
ਹੋਸਟਲਸ ਵੀ ਖੋਲੇ ਜਾਣਗੇ, ਆਲਸੋ ਗੋ ਪੈਨਸ਼ਨ ਵੀ ਦਿੱਤੀ ਜਾਵੇਗੀ। ਇਹ ਵੀ ਚੀਜ਼ਾਂ ਦੇਖਣ ਆਈਆਂ ਸੀਗੀਆਂ। ਆਲਸੋ ਜਿਸ ਤਰ੍ਹਾਂ ਆਪਾਂ ਧਰਮ ਦੀ ਗੱਲ ਕਰਦੇ, ਇਸ ਤਰ੍ਹਾਂ ਦਾ ਫਿਰ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਧਰਮ ਦੇ ਵਿੱਚ ਸੂਅਰ ਖਾਣਾ ਵੀ ਮਨਾ ਹੈ। ਆਲਸੋ ਸਿੱਖਾਂ ਦੇ ਧਰਮ ਦੇ ਵਿੱਚ ਸਿਗਰਟ ਸ਼ਰਾਬ ਪੀਣੀ ਮਨੀ। ਫਿਰ ਪੰਜਾਬ ਦੇ ਵਿੱਚ ਵੀ ਸਿਗਰਟ ਤੇ ਸ਼ਰਾਬ ਅਲਾਉਡ ਹੈਗੀ ਆ। ਇਸ ਦੇ ਬਾਰੇ ਪੰਜਾਬੀ ਕਿਉਂ ਨਹੀਂ ਕੁਛ ਕਰਦੇ? ਆਲਸੋ ਜਿਹੜੇ ਮੁਸਲਮਾਨ ਨੇ ਉਹ ਵੀ ਆਪਣੇ ਡਟ ਕੇ ਖੜੇ ਹੋ ਜਾਣ ਕਿ ਸਾਡੇ ਧਰਮ ਦੇ ਵਿੱਚ ਸੂਅਰ ਮਾਰ ਨਹੀਂ ਸਕਦੇ ਹੈਗੇ ਜਾਂ ਖਾ ਨਹੀਂ ਸਕਦੇ ਹੈਗੇ, ਤਾਂ ਉਹ ਵੀ ਉਹਨਾਂ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਵਾਟ ਡੂ ਯੂ ਥਿੰਕ? ਮੇਰਾ ਖਿਆਲ ਹੈ ਕਿ ਮੈਂ ਵੀ ਤੁਹਾਡੇ ਨਾਲ ਥੋੜਾ ਜਿਹਾ ਇਖਤਲਾਫ ਕਰਾਂਗਾ। ਕਿਸੇ ਨੂੰ ਆਪਣੇ ਧਾਰਮਿਕ ਬੁਨਿਆਦ ਤੇ ਇਹ ਨਹੀਂ ਕਹਿਣਾ ਚਾਹੀਦਾ ਕਿ ਪੂਰੇ ਮੁਲਕ 'ਚ ਇਸ ਤਰ੍ਹਾਂ ਦੇ ਲਾਜ਼ ਇੰਟਰੋਡਿਊਸ ਕਰਾਉਣ, ਨਾ ਹੀ ਕਿ ਸੈਕੂਲਰਿਜ਼ਮ ਇਸ ਚੀਜ਼ ਨੂੰ ਇੰਡੋਰਸ ਕਰਦਾ ਹੈ। ਬਲਕਿ ਜਿਹੜੇ ਹਿੰਦੂਤਵੀ ਵੀ ਕੋਸ਼ਿਸ਼ ਕਰ ਰਹੇ ਕਿ ਇੱਕ ਸੈਕੂਲਰ ਇੰਡੀਆ ਨੂੰ ਹਿੰਦੂਤਵੀ ਇੰਡੀਆ 'ਚ ਬਦਲਣ, ਉਹਦੀ ਵੱਧ ਕੇ ਨਿੰਦਾ ਕਰਨੀ ਚਾਹੀਦੀ ਹੈ, ਉਹਨੂੰ ਰੋਕਣਾ ਚਾਹੀਦਾ। ਕਿਉਂਕਿ ਜਿਹੜਾ ਇੰਡੀਆ ਦਾ ਜਿਹੜਾ ਹੈ ਕਨਸਟੀਟਿਊਸ਼ਨ, ਉਹਦੇ 'ਚ ਜਿਹੜਾ ਇੱਕ ਵਰਡ ਲਿਖਿਆ ਵੀ ਸੈਕੂਲਰ ਹੈ। ਸੈਕੂਲਰ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਅਫੇਅਰ ਆਫ ਦ ਸਟੇਟਸ ਹੋਣਗੇ ਜਾਂ ਰਿਆਸਤ ਦਾ ਕੰਮ ਹੋਏਗਾ, ਉਹਦੇ ਵਿੱਚ ਧਰਮ ਦਾ ਕੋਈ ਅਮਲ ਦਖਲ ਨਹੀਂ ਹੋਏਗਾ। ਪਰ ਇਸ ਤਰ੍ਹਾਂ ਗਾਓ ਮਿਨਿਸਟਰੀ ਬਣਾਉਣੀਆਂ, ਫਿਰ ਪੈਨਸ਼ਨ ਦੇਣਾ, ਫਿਰ ਹੋਰ ਕਈ ਕੁਛ ਗਾਓ ਆਸ਼ਰਮ ਬਣਾਉਣਾ, ਇਹ ਜਿਹੜੀ ਹੈ ਸਟੇਟ ਉਹਦੇ ਅਫੇਅਰ ਦੇ ਵਿੱਚ ਧਰਮ ਦੀ ਇੰਟਰਫੇਰੈਂਸ ਨਹੀਂ ਤਾਂ ਹੋਰ ਕੀ ਹੈ। ਪਰ ਤੁਸੀਂ ਦੂਸਰੇ ਪਾਸੇ ਇਹ ਵੀ ਤਾਂ ਦੇਖੋ ਕਿ ਮੋਦੀ ਨੇ ਜਿਸ ਵੇਲੇ ਕੰਪੇਨ ਚਲਾਈ ਇਲੈਕਸ਼ਨ ਦੀ, ਤੇ ਉਹਦੇ ਨਾਅਰਿਆਂ 'ਚ ਇੱਕ ਨਾਅਰਾ ਇਹ ਵੀ ਸੀ ਕਿ ਮੋਦੀ ਕੋ ਮਤਦਾਨ, ਗਾਓ ਕੋ ਜੀਵਨ ਦਾਨ, ਕਿ ਮੋਦੀ ਨੂੰ ਵੋਟ ਦਿਓ ਤੇ ਗਾਂ ਨੂੰ ਬਚਾਓ। ਇਸੇ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹ ਵੀ ਕਿਹਾ ਗਿਆ ਕਿ ਬੀਜੇਪੀ ਕਿਸਾਨ का देश बचाएगा गाय, बचाएगा देश। ਸੋ ਇਸ ਤਰ੍ਹਾਂ ਦੇ ਕਈ ਨਾਰੇ ਗਾਂ ਦੇ ਨਾਂ ਨਾਲ ਰਲਾ ਕੇ ਲਾਏ ਗਏ। ਫਿਰ RSS ਵਿਸ਼ਵ ਹਿੰਦੂ ਪਰਿਸ਼ਦ ਨੇ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਕੀਤੀਆਂ ਸਨ, ਹਿੰਦੂ ਰਾਈਟ ਵਿੰਗ ਜਿੰਨੀਆਂ ਵੀ ਆਰਗੇਨਾਈਜੇਸ਼ਨ ਨੇ ਮੋਦੀ ਕੋਲੋਂ ਇਲੈਕਸ਼ਨ 'ਚ, ਉਹਨਾਂ 'ਚ ਇੱਕ ਗਾਂ ਦੀ ਰਕਸ਼ਾ ਵੀ ਸੀ। ਸੋ ਇਹ ਇੱਕ ਕੌਨਫਲਿਕਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ। ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਵੈਲਿਡ ਹੈ ਕਿ ਹਰ ਧਰਮ ਦੇ ਲੋਕਾਂ ਦੇ ਆਪਣੇ ਆਪਣੇ ਨਜ਼ਰੀਏ ਨੇ। ਹਰ ਧਰਮ ਦੇ ਲੋਕਾਂ ਲਈ ਕੁਛ ਚੀਜ਼ਾਂ ਚੰਗੀਆਂ, ਕੁਛ ਮੰਦੀਆਂ ਨੇ, ਕੁਛ ਚੀਜ਼ਾਂ ਖਾਣ ਦੀ ਮਨਾਹੀ ਹੈ, ਕੁਛ ਨਾ ਖਾਣ ਦੀ ਹੈ। ਠੀਕ ਹੈ, ਜਿਨ੍ਹਾਂ ਦੇ ਮਜ਼ਹਬ 'ਚ ਸੂਰ ਖਾਣਾ ਹਰਾਮ ਹੈ, ਉਹ ਸੂਰ ਨਹੀਂ ਖਾਂਦੇ। ਪਰ ਉਹਨਾਂ ਮੁਸਲਮਾਨਾਂ ਨੇ ਕਦੇ ਇਹ ਤਾਂ ਨਹੀਂ ਕਿਹਾ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਨਾ ਸੂਰ ਖਾਣ ਦੀ ਮਨਾਹੀ ਹੋ ਜਾਏ ਜਾਂ ਸੂਰ ਮਾਰਨ ਦੀ ਮਨਾਹੀ ਹੋ ਜਾਏ। ਕੱਲ ਨੂੰ ਜੇ ਮੁਸਲਮਾਨ ਉੱਠ ਕੇ ਕਿਸੇ ਐਸੇ ਬੰਦੇ ਨੂੰ ਜਿਹਨੇ ਸੂਰ ਖਾਦਾ ਹੋਵੇ ਉਹਨੂੰ ਮਾਰਨ, ਕੁੱਟਣ, ਕਹਿਣ ਕਿ ਸਾਡੇ ਧਰਮ 'ਚ ਨਹੀਂ ਖਾ ਸਕਦੇ ਤੇ ਇਸ ਵਾਸਤੇ ਤੁਸੀਂ ਕਿਉਂ ਖਾਦਾ, ਤਾਂ ਇਹ ਤਾਂ ਬੜੀ ਫਜ਼ੂਲ ਜੀ ਗੱਲ ਹੋਏਗੀ ਨਾ। ਹਰ ਆਦਮੀ ਦੇ ਆਪਣੇ ਆਪਣੇ ਧਾਰਮਿਕ ਜਜ਼ਬਾਤ ਨੇ, ਔਰ ਸੈਕੂਲਰ ਸੁਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਦਾ ਖਿਆਲ ਰੱਖਿਆ ਜਾਂਦਾ ਹੈ, ਔਰ ਕਿਸੇ ਇੱਕ ਧਰਮ ਨੂੰ ਲੋਕਾਂ ਦੇ ਉੱਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਸੋ ਇਸੇ ਤਰ੍ਹਾਂ ਹੁਣ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਆਦੇਸ਼ਾਂ ਪ੍ਰਤੀ ਸਿਗਰਟ ਪੀਣਾ, ਤੰਬਾਕੂ ਪੀਣਾ, ਸ਼ਰਾਬ ਪੀਣਾ, ਇਹਨਾਂ ਸਾਰੀ ਸ਼ਾਵਾਂ ਦੀ ਸਿੱਖੀ 'ਚ ਮਨਾਹੀ ਹੈ। ਹੁਣ ਬੜਾ ਅਨਫੋਰਚੂਨੇਟ ਹੈ ਕਿ ਸਾਡੀ ਜਿਹੜੀ ਨਵੀਂ ਯੂਥ ਹੈ ਉਹਦੇ ਵਿੱਚ ਲੱਗੀ ਹੈ ਸਿੱਖਾਂ ਦੀ ਵੀ। ਲੇਕਿਨ ਇਸ ਤਰ੍ਹਾਂ ਹੀ ਹੈ ਵੀ ਕੋਈ ਕਿਸੇ ਸਿੱਖਾਂ ਦੇ ਪੜੋਸ ਦੇ ਵਿੱਚ ਅਗਰ ਕੋਈ ਸ਼ਖਸ ਤੰਬਾਕੂ ਪੀ ਰਿਹਾ ਹੋਵੇ, ਉਹਦਾ ਧੂੰਆਂ ਨਾਲ ਦੇ ਘਰ ਚਲਾ ਜਾਏ ਔਰ ਸਿੱਖ ਉੱਠ ਕੇ ਉਹਨੂੰ ਕੁੱਟਣ ਚਲਾ ਜਾਏ ਵੀ ਕਿਉਂਕਿ ਮੇਰੇ ਧਰਮ 'ਚ ਇਹਦੀ ਮਨਾਹੀ ਹੈ, ਤੂੰ ਕਿਉਂ ਇਹ ਸਿਗਰਟ ਪੀ ਰਿਹਾ ਜਾਂ ਤੰਬਾਕੂ ਪੀ ਰਿਹਾ, ਤਾਂ ਸੋਸਾਇਟੀ 'ਚ ਕੌਨਫਲਿਕਟ ਕ੍ਰੀਏਟ ਹੋ ਜਾਏਗਾ। ਇਸ ਵਾਸਤੇ ਅਗਰ ਵਾਕਿਆ ਹੀ ਭਾਰਤ ਆਪਣੇ ਆਪ ਨੂੰ ਸੈਕੂਲਰ ਕਹਿੰਦਾ ਹੈ ਤੇ ਜਿਹੜੇ ਰਿਆਸਤ ਦੇ ਮਾਮਲੇ ਨੇ ਉਹਦੇ ਵਿੱਚ ਮਜ਼ਹਬ ਦੀ ਇੰਟਰਵੈਂਸ਼ਨ ਬੰਦ ਕਰੇ, ਵਰਨਾ ਸਾਰੀ ਦੁਨੀਆ ਸਾਹਮਣੇ ਤੇ ਅੱਗੇ ਪੋਲ ਖੁੱਲ ਚੁੱਕਿਆ ਵੀ ਇਹ ਮੁਲਕ ਸੈਕੂਲਰ ਹੈ। ਦੂਸਰੀ ਗੱਲ ਇਹ ਹੈ ਕਿ ਮੋਦੀ ਸਾਹਿਬ ਨੂੰ ਇਹ ਸਮਝਣਾ ਚਾਹੀਦਾ ਕਿ ਤੁਸੀਂ ਹੁਣ ਇੱਕ ਬਹੁਤ ਵੱਡੀ ਕੌਮ, ਜਿਹਦਾ ਬਹੁਤ ਜ਼ਿਆਦਾ ਨੰਬਰਾਂ ਦੇ ਹਿਸਾਬ ਨਾਲ ਬਹੁਤ ਵੱਡੀ ਕੌਮ ਹੈ, ਰਕਬੇ ਦੇ ਹਿਸਾਬ ਨਾਲ ਇੱਕ ਪੂਰਾ ਰੀਜਨ ਹੈ ਜਿਹਦਾ ਨਾਂ ਭਾਰਤ ਹੈ, ਹੁਣ ਤੁਸੀਂ ਉਹਦੇ ਪ੍ਰਧਾਨ ਮੰਤਰੀ ਹੋ। ਤੁਸੀਂ ਗੁਜਰਾਤ ਦੇ ਚੀਫ ਮਿਨਿਸਟਰ ਨਹੀਂ ਰਹੇ, ਤੁਸੀਂ ਕਿਸੇ ਇੱਕ ਛੋਟੇ ਜਿਹੇ ਖਿੱਤੇ ਦੇ ਚੀਫ ਮਿਨਿਸਟਰ ਨਹੀਂ। ਤੁਸੀਂ ਇਹ ਤਾਂ ਪਛਾਣੋ ਕਿ ਤੁਸੀਂ ਹੁਣ ਇੱਕ ਬਹੁਤ ਵੱਡੇ ਪੱਧਰ ਦੇ ਲੀਡਰ ਬਣ ਗਏ ਹੋ। ਲੋਕਾਂ ਨੇ ਤੁਹਾਨੂੰ ਵੋਟ ਦੇ ਕੇ ਉੱਥੇ ਤੱਕ ਪਹੁੰਚਾਇਆ। ਘੱਟ ਤੋਂ ਘੱਟ ਆਪਣੇ ਮੁਕਾਮ, ਮਰਤਬੇ, ਆਪਣੀ ਸੀਟ ਜਿਸ ਭਾਰਤ ਦੇ ਤੁਸੀਂ ਹੁਣ ਆਗੂ ਹੋ, ਉਹਦਾ ਤਾਂ ਖਿਆਲ ਕਰੋ। ਕਿਉਂਕਿ ਪਿਛਲੇ ਦੌਰਾਂ ਦੇ ਵਿੱਚ ਵੀ ਮੋਦੀ ਸਾਹਿਬ ਵਰਗੇ ਬਹੁਤ ਸਾਰੇ ਲੀਡਰ ਉੱਠੇ ਜਿਨ੍ਹਾਂ ਨੇ ਇੱਕ ਖਾਸ ਕੌਮ ਔਰ ਇੱਕ ਖਾਸ ਨਜ਼ਰੀਏ ਨੂੰ ਲੋਕਾਂ ਤੇ ਥੋਪਣ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਸਭ ਤੋਂ ਅੱਗੇ ਹਿਟਲਰ ਸੀ, ਜਿਹਨੇ ਕਿਹਾ ਵੀ ਜਰਮਨ ਰੇਸ ਸਭ ਤੋਂ ਆਲਾ ਰੇਸ ਹੈ ਯੂਰਪ ਦੇ ਵਿੱਚ, ਜਰਮਨ ਜ਼ੁਬਾਨ ਸਭ ਤੋਂ ਆਲਾ ਜ਼ੁਬਾਨ ਹੈ। ਤਾਂ ਉਹਨੇ ਦੁਨੀਆ ਦੀ ਇਨਵੇਜਨ ਸ਼ੁਰੂ ਕਰ ਦਿੱਤੀ, ਪੂਰੀ ਦੀ ਪੂਰੀ ਜਰਮਨ ਕੌਮ ਉਹਦੇ ਪਿੱਛੇ ਖਲੋ ਗਈ। ਇਸੇ ਤਰ੍ਹਾਂ ਮੈਸੋਲੀਨੀ, ਸਟਾਲਿਨ ਦੀਆਂ ਮਿਸਾਲਾਂ ਸਾਡੇ ਸਾਹਮਣੇ ਨੇ ਕਿ ਉਹਨਾਂ ਨੇ ਆਪਣੀ ਕੌਮ ਦੇ ਜਜ਼ਬਾਤਾਂ ਨੂੰ
ਇਸਤੇਮਾਲ ਕਰਦਿਆਂ ਹੋਇਆਂ ਉਹਨਾਂ ਨੂੰ ਪ੍ਰਭਾਵਿਤ ਕਰਕੇ ਇੱਕ ਰਾਹ ਤੇ ਲਾ ਦਿੱਤਾ। ਕੌਮ ਉਹਨਾਂ ਦੇ ਪਿੱਛੇ ਟੁਰ ਪਈ, ਜਿਸ ਤਰ੍ਹਾਂ ਅੱਜ ਹਿੰਦੂਤਵੀ ਫੋਰਸਿਸ ਔਰ ਮੈਜੋਰਟੀ ਹਿੰਦੂ ਵੋਟਰ ਮੋਦੀ ਦੇ ਪਿੱਛੇ ਚੱਲ ਪਿਆ ਹੈ। ਲੇਕਿਨ ਇਨ ਦਾ ਲੌਂਗ ਰਨ ਸਾਨੂੰ ਤਾਰੀਖ ਕੋਲ ਸਬਕ ਸਿੱਖਣਾ ਚਾਹੀਦਾ ਵੀ ਜਦੋਂ ਵੀ ਕੱਟੜਪੰਥੀ ਕੋਈ ਖੜਾ ਹੁੰਦਾ ਕਿਸੇ ਵੀ ਕੌਮ ਨੂੰ ਮਗਰ ਲਾ ਕੇ ਆਪਣੇ ਕੱਟੜਪੰਥੀ ਵਿਚਾਰਾਂ ਦੇ ਨਾਲ, ਤੇ ਉਹਦਾ ਨਤੀਜਾ ਅੱਜ ਤੱਕ ਕਦੇ ਚੰਗਾ ਨਹੀਂ ਨਿਕਲਿਆ। ਔਰ ਜੋ ਕੁਝ ਭਾਰਤ 'ਚ ਹਿੰਦੂਤਵੀ ਫੋਰਸਿਸ ਕਰ ਰਹੀਆਂ ਇਹ ਕਿਸੇ ਨੂੰ ਨੁਕਸਾਨ ਨਹੀਂ ਦੇਗਾ, ਭਾਰਤ ਨੂੰ ਇਟਸੈਲਫ ਬਹੁਤ ਵੱਡਾ ਨੁਕਸਾਨ ਦੇਗਾ ਔਰ ਇਹਨੂੰ ਜਲਦ ਤੋਂ ਜਲਦ ਰੁਕਣਾ ਚਾਹੀਦਾ। ਇਹ ਜਿਹੜਾ ਇਨਸੀਡੈਂਟ ਹੈ ਦਾਦਰੀ ਦਾ, ਦੇਖੋ ਇਹਦੀ ਕੋਈ ਨਿੰਦਾ ਨਹੀਂ ਹੋਈ ਸਰਕਾਰ ਵੱਲੋਂ, ਤਾਂ ਅੱਜ ਇੱਕ ਹੋਰ ਬਹੁਤ ਵੱਡੀ ਜਿਹੜੀ ਹੈ ਘਟਨਾ ਵਾਪਰੀ ਹੈ ਕਿ ਜਿਹੜੇ ਇੱਕ ਇੰਡੀਅਨ ਇੱਕ ਐਕਟਿਵਿਸਟ ਸੀ ਸੁਧਿੰਦਰਾ ਕੁਲਕਰਨੀ, ਉਹਨਾਂ ਦੇ ਮੂੰਹ ਤੇ ਅੱਜ ਸ਼ਿਵ ਸੈਨਾ ਦੇ ਲੋਕਾਂ ਨੇ ਜਾ ਕੇ ਕਾਲਖ ਪੋਤ ਦਿੱਤੀ ਹੈ, ਉਹਨਾਂ ਦੇ ਮੂੰਹ ਤੇ ਕਾਲੀ ਸਿਆਹੀ ਸੁੱਟ ਦਿੱਤੀ, ਉਹਨਾਂ ਦਾ ਮੂੰਹ ਕਾਲਾ ਕਰ ਦਿੱਤਾ। ਉਹਨਾਂ ਦਾ ਜੁਰਮ ਕੀ ਸੀ ਕਿ ਪਾਕਿਸਤਾਨ ਜਿਹੜਾ ਐਕਸ ਫੋਰਨ ਮਿਨਿਸਟਰ ਹੈ ਖੁਰਸ਼ੀਦ ਮਹਿਮੂਦ ਕਸੂਰੀ, ਉਹਦੀ ਇੱਕ ਕਿਤਾਬ ਲਾਂਚ ਹੋ ਰਹੀ ਹੈ ਜਿਹਦੇ 'ਚ ਭਾਰਤ ਦੇ ਪ੍ਰਤੀ ਕੋਈ ਨੈਗੇਟਿਵ ਚੀਜ਼ ਨਹੀਂ ਹੈ, ਉਹਦੇ ਵਿੱਚ ਪੀਸ ਦਾ ਹੀ ਕਨਸੈਪਟ ਹੈ। ਲੇਕਿਨ ਸ਼ਿਵ ਸੈਨਾ ਨੇ ਕਿਹਾ ਕਿ ਕਿਉਂਕਿ ਕੁਲਕਰਨੀ ਉਹਨੂੰ ਹੋਸਟ ਕਰ ਰਿਹਾ ਜਾਂ ਉਹਦੇ ਵਿੱਚ ਜਾ ਰਿਹਾ, ਅਸੀਂ ਇਹਦੇ ਮੂੰਹ ਤੇ ਕਾਲਖ ਪੋਤ ਦਿਆਂਗੇ। ਅੱਜ ਦਾ ਵਾਕਿਆ ਹੁਣ ਇਸ ਵੇਲੇ ਇੰਟਰਨੈਸ਼ਨਲ ਨਿਊਜ਼ ਬਣ ਗਈ ਹੈ। ਅੱਛਾ, ਫਿਰ ਇੰਡੀਅਨ ਮੀਡੀਆ ਨੇ ਰਿਪੋਰਟ ਕੀਤਾ ਹੈ ਕਿ ਇਹ ਬੰਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਸ਼ਿਵ ਸੈਨਾ ਦਿਆਂ ਨੇ, ਉਹ ਸਾਰੇ ਬੰਦੇ ਅਟਲ ਬਿਹਾਰੀ ਵਾਜਪਾਈ ਦੇ ਘਰ ਦੇ ਕੋਲ ਪਾਏ ਗਏ। ਸੋ ਹੁਣ ਤੁਸੀਂ ਦੇਖ ਲਓ ਕਿ ਅਗਰ ਮੋਦੀ ਨੇ ਨਿੰਦਾ ਕੀਤੀ ਹੁੰਦੀ ਦਾਦਰੀ ਦੇ ਵਾਕਿਏ ਦੀ ਜਾਂ ਉਹਦੇ ਬਾਰੇ ਕੋਈ ਕਲੀਅਰ ਸਟੇਟਮੈਂਟ ਦਿੱਤੀ ਹੁੰਦੀ ਤਾਂ ਅੱਜ ਜੋ ਇਹ ਵਾਕਿਆ ਕੁਲਕਰਨੀ ਦਾ ਹੋਇਆ ਹੈ ਔਰ ਜਿਹਨੂੰ ਇੰਟਰਨੈਸ਼ਨਲ ਮੀਡੀਆ ਨੇ ਚੁੱਕਿਆ, ਉਹਦੇ ਨਾਲ ਭਾਰਤ ਦੀ ਜਿਹੜੀ ਬਦਨਾਮੀ ਹੁੰਦੀ ਹੈ ਨਾ ਹੁੰਦੀ। ਪਰ ਮੇਰਾ ਖਿਆਲ ਹੈ ਮੋਦੀ ਕਦੇ ਵੀ ਛੋਟੀ ਛੋਟੀ ਕੰਮਾਂ ਦੀ ਸਿਆਸਤ ਤੋਂ ਬਾਹਰ ਨਹੀਂ ਨਿਕਲੇਗਾ। ਬਲਕਿ ਮੈਂ ਦੇਖ ਰਿਹਾ ਸੀ ਕਿ ਇੱਕ ਭਾਰਤੀ ਚੈਨਲ ਨੇ ਮੋਦੀ ਦੀ ਜ਼ਿੰਦਗੀ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ ਹੈ। ਉਹ ਡਾਕੂਮੈਂਟਰੀ ਸ਼ੁਰੂ ਹੀ ਇੱਥੋਂ ਹੁੰਦੀ ਹੈ ਕਿ ਮੋਦੀ ਦੇ ਪਿੰਡ ਦੇ ਕੋਲ ਇੱਕ ਝੀਲ ਸੀ, ਝੀਲ ਦੇ ਵਿੱਚ ਇੱਕ ਮੰਦਿਰ ਸੀ, ਉਸ ਹਿੰਦੂ ਮੰਦਿਰ ਦੇ ਉੱਤੇ ਇੱਕ ਝੰਡਾ ਲਾਣਾ ਸੀ, ਤੇ ਜਿਸ ਵੇਲੇ ਝੰਡਾ ਲਾਣ ਦਾ ਵਕਤ ਆਇਆ ਤਾਂ ਆਲੇ ਦੁਆਲੇ ਮਗਰਮੱਛ ਇਕੱਠੇ ਹੋ ਗਏ ਉਸ ਝੀਲ 'ਚ, ਤਾਂ ਕੋਈ ਵੀ ਵੱਡਾ ਬੰਦੇ ਕਿਸੇ ਨੇ ਜੁਰਤ ਨਹੀਂ ਕੀਤੀ ਕਿ ਜਾ ਕੇ ਉਸ ਹਿੰਦੂ ਮੰਦਿਰ ਦੇ ਝੰਡਾ ਗੱਡ ਸਕੇ। ਸਿਰਫ ਮੋਦੀ ਜਿਹੜਾ ਸੀ ਛੋਟਾ ਜਿਹਾ ਬੱਚਾ ਹੋ ਕੇ ਵੀ ਉਸ ਝੀਲ 'ਚ ਕੁੱਦਿਆ, ਉਹ ਮਗਰਮੱਛਾਂ ਨਾਲ ਭਿੜਿਆ ਤੇ ਜਾ ਕੇ ਉੱਥੇ ਝੰਡਾ ਲਾ ਦਿੱਤਾ। ਸੋ ਇੱਕ ਮੋਦੀ ਨੂੰ ਇੱਕ ਮਿਥੀਕਲ ਰੋਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਿੰਦੂਤਵਾ ਕਿ ਮੋਦੀ ਪਤਾ ਨਹੀਂ ਕੋਈ ਭਗਵਾਨ ਦਾ ਅਵਤਾਰ ਆਇਆ ਜਾਂ ਫਿਰ ਕਿਸੇ ਜਿਹੜਾ ਨਾ ਇਹਦੇ ਇਹ ਕੋਈ ਅਸਮਾਨ ਤੋਂ ਉਤਰੀ ਹੋਈ ਹਿੰਦੂਤਵਾ ਨੂੰ ਰਿਵਾਈਵ ਕਰਨ ਵਾਲਾ ਕੋਈ ਪਰਸਨੈਲਿਟੀ ਜਾਂ ਸ਼ਖਸੀਅਤ ਆ ਗਈ ਹੈ। ਪਰ ਅਜਿਹੀ ਗੱਲ ਤੇ ਕੋਈ ਨਹੀਂ, ਪਰ ਮੋਦੀ ਨੂੰ ਹਿੰਦੂਤਵੀ ਸੋਚ ਤੋਂ ਬਾਹਰ ਨਿਕਲਣਾ ਪਏਗਾ, ਵਰਨਾ ਜਿਹੜਾ ਭਾਰਤ ਹੈ ਮੁਲਕ ਜਿਹਦੇ ਵਿੱਚ 8-9 ਸਦੀਆਂ ਇੱਕ ਕੌਮ ਮੁਸਲਮਾਨਾਂ ਦੀ ਔਰ ਅੰਗਰੇਜ਼ਾਂ ਦੀ ਗੁਲਾਮ ਰਹੀ ਔਰ ਉਹਨੂੰ 8-9 ਸਦੀਆਂ ਬਾਅਦ ਰਾਜ ਮਿਲਿਆ, ਅਗਰ ਇਹ ਰਾਜ ਸੁਲੱਖਣੇ ਤਰੀਕੇ ਨਾਲ ਇਹਨਾਂ ਨਾ ਚਲਾਇਆ ਤਾਂ ਹੋਰ ਕਿਸੇ ਨੂੰ ਤਾਂ ਨੁਕਸਾਨ ਨਹੀਂ ਹੋਣਾ, ਇਹ ਰਾਜ ਹਮੇਸ਼ਾ ਲਈ ਮੁੱਕ ਜਾਏਗਾ ਔਰ ਛੇਤੀ ਮੁੱਕ ਜਾਏਗਾ ਅਗਰ ਇਸ ਤਰ੍ਹਾਂ ਦੇ ਕੰਮ ਹੁੰਦੇ ਰਹੇ। ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਟਾਈਮ ਕੱਢ ਕੇ ਜਿਹੜਾ ਆਪਣਾ ਆਰਟੀਕਲ ਲਿਖਿਆ ਸੀ ਇਸ ਬਾਰੇ ਵੀ ਸਾਨੂੰ ਵੇਰਵਾ ਦਿੱਤਾ। ਆਲਸੋ ਕਿਸ ਤਰ੍ਹਾਂ ਇਹ ਭਾਰਤ ਦੇ ਵਿੱਚ ਸਿਆਸਤ ਖੇਡੀ ਜਾ ਰਹੀ, ਬੀਫ ਨੂੰ ਪੋਲਿਟਿਕਸ ਨੂੰ ਆਧਾਰ ਬਣਾ ਕੇ, ਗਊ ਮਾਤਾ ਨੂੰ ਆਧਾਰ ਬਣਾ ਕੇ ਕਿਸ ਤਰ੍ਹਾਂ ਇਹ ਵੋਟਾਂ ਦੀ ਰਾਜਨੀਤੀ ਖੇਡੀ ਜਾ ਰਹੀ, ਇਸ ਬਾਰੇ ਵੀ ਸਾਨੂੰ ਪੂਰਾ ਵੇਰਵਾ ਦਿੱਤਾ। ਥੈਂਕ ਯੂ ਸੋ ਮਚ। ਇੱਕ ਅੱਧਾ ਕੁਐਸਚਨ ਰਹਿ ਗਿਆ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅਸੀਂ ਉਸ ਬਾਰੇ ਵੀ ਗੱਲਬਾਤ ਕਰਾਂਗੇ। ਹੁਣ ਸਾਡਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਵੀਰ ਜੀ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।